ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੀ ਰੁਖ ਅਖਤਿਆਰ ਕਰੇਗਾ ਕਿਸਾਨ ਅੰਦੋਲਨ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਦਵਿੰਦਰ ਜੀ, ਸੁਪਰੀਮ ਕੋਰਟ ਨੇ ਅੱਜ ਕੇਂਦਰੀ ਖੇਤੀ ਕਾਨੂੰਨਾਂ ਤੇ ਜਿਹੜੀ ਹੈ ਅਗਲੇ ਹੁਕਮਾਂ ਤੱਕ ਰੋਕ ਲਾ ਕੇ ਇੱਕ ਕਮੇਟੀ ਬਣਾ ਦਿੱਤੀ ਹੈ ਜੋ ਇਹਨਾਂ ਤੇ ਜਾਂਚ ਕਰੇਗੀ, ਗੱਲਬਾਤ ਕਰੇਗੀ। ਉਸ ਤੋਂ ਬਾਅਦ ਜਿਹੜੀ ਆਪਣੀ ਰਿਪੋਰਟ ਦੇਗੀ ਤੇ ਇਹ ਕਾਨੂੰਨਾਂ ਤੇ ਕੀ ਕਾਰਵਾਈ ਕਰਨੀ ਹੈ ਉਹਦਾ ਫੈਸਲਾ ਜਿਹੜਾ ਹੈ ਫਿਰ ਲਿੱਤਾ ਜਾਏਗਾ। ਇਹ ਸੁਪਰੀਮ ਕੋਰਟ ਦੀ ਸਾਰੀ ਕਾਰਗੁਜ਼ਾਰੀ ਨੂੰ ਜਾਂ ਜੋ ਵੀ ਅੱਜ ਦੀ ਸੁਣਵਾਈ ਦੌਰਾਨ ਹੋਇਆ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਰਬ ਉੱਚ ਅਦਾਲਤ ਦਾ ਫੈਸਲਾ ਹੈ ਜੀ, ਇਹਦੀ ਸਮੀਖਿਆ ਜਿਹੜੀ ਹੈ ਹਰ ਪੱਖ ਤੋਂ ਕਰਨੀ ਬਣਦੀ ਹੈ, ਕਿਉਂਕਿ ਜਦੋਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਕੋਈ ਫੈਸਲੇ ਲੈਂਦੀਆਂ ਹੈ ਤਾਂ ਉਹਨਾਂ ਦੀ ਭਰੋਸੇਯੋਗਤਾ ਦਾ ਸਵਾਲ ਹੁੰਦਾ ਹੈ। ਜਦੋਂ ਲੋਕਾਂ ਦੇ ਇੱਕ ਵੱਡੇ ਸਮੂਹ ਨਾਲ ਕੋਈ ਫੈਸਲਾ ਜੁੜਿਆ ਹੋਵੇ, ਉਹਨਾਂ ਦੀ ਜ਼ਿੰਦਗੀਆਂ ਨਾਲ ਜੁੜਿਆ ਹੋਵੇ, ਫਿਰ ਉਹ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈ ਅਤੇ ਉਸ ਸਮੇਂ ਅਦਾਲਤਾਂ ਨੂੰ ਵੀ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਵੀ ਉਹੋ ਜਿਹੇ ਫੈਸਲੇ ਲੈਣੇ ਚਾਹੀਦੇ ਹੈ ਜਿਨ੍ਹਾਂ ਨਾਲ ਉਹਨਾਂ ਦਾ ਵਕਾਰ ਬਹਾਲ ਹੋਵੇ ਅਤੇ ਉਹਨਾਂ ਦਾ ਕੱਦ ਜਿਹੜਾ ਉਹ ਬਹੁਤ ਉੱਚਾ ਹੋਵੇ। ਜੇ ਹੁਣ ਅਸੀਂ ਅੱਜ ਦੇ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਦੇ ਇੱਕ 3 ਮੈਂਬਰੀ ਬੈਂਚ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕੀਤੀ, ਉਹਦੀ ਸਮੀਖਿਆ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੇ ਪੱਖ ਤੋਂ ਜੇ ਕਿਹਾ ਜਾਵੇ ਤਾਂ ਉਹ ਬਹੁਤੀਆਂ ਖੁਸ਼ ਨਹੀਂ ਜਾਪਦੀਆਂ। ਹਾਲਾਂਕਿ ਜਿਸ ਤਰ੍ਹਾਂ ਅਦਾਲਤਾਂ ਦੇ ਫੈਸਲਿਆਂ ਦਾ ਸਵਾਗਤ ਕੀਤਾ ਜਾਂਦਾ ਹੈ, ਉਸ ਢੰਗ ਨਾਲ ਉਹਨਾਂ ਨੇ ਸਵਾਗਤ ਵੀ ਕੀਤਾ। ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਨਿਆਂ ਪ੍ਰਣਾਲੀ 'ਚ, ਕਾਨੂੰਨ 'ਚ, ਅਦਾਲਤਾਂ ਦੇ ਵਿੱਚ ਭਰੋਸਾ ਹੈ ਅਤੇ ਉਸ ਭਰੋਸੇ ਨਾਲ ਅਸੀਂ ਇਹ ਲੜਾਈ ਜਿਹੜੀ ਹੈ ਉਹ ਜਿੱਤਾਂਗੇ। ਇਹ ਹਰ ਹਿੰਦੁਸਤਾਨੀ ਦਾ ਫਰਜ਼ ਬਣਦਾ ਹੈ ਵੀ ਸਾਡਾ ਸੰਵਿਧਾਨ 'ਚ, ਕਾਨੂੰਨ 'ਚ ਭਰੋਸਾ ਹੈ। ਪਰ ਜਿੱਥੋਂ ਤੱਕ ਅਸੀਂ ਸਾਰੀ ਜਦੋਂ ਸਮੀਖਿਆ ਕਰਦੇ ਹਾਂ, ਉਹਦੇ ਸਭ ਤੋਂ ਜਿਹੜਾ ਵੱਡਾ ਮੈਨੂੰ ਜਿਹੜਾ ਦੋ ਜਿਹੜੀਆਂ ਗੱਲਾਂ ਉਹਦੇ ਸਾਹਮਣੇ ਆਉਂਦੀਆਂ, ਜੇ ਅਸੀਂ ਇੱਕ ਸਰਕਾਰ ਦੇ ਨਜ਼ਰੀਏ ਤੋਂ ਕਹੀਏ, ਇੱਕ ਕਾਨੂੰਨ ਦੇ ਨਜ਼ਰੀਏ ਤੋਂ ਕਹੀਏ। ਪਹਿਲਾਂ ਅਸੀਂ ਕਾਨੂੰਨ ਦੀ ਗੱਲ ਕਰੀਏ। ਸੰਵਿਧਾਨਕ ਮਾਹਰਾਂ ਦੀਆਂ ਜੋ ਸੋਸ਼ਲ ਮੀਡੀਆ 'ਤੇ, ਖਾਸ ਕਰਕੇ ਟਵਿੱਟਰ 'ਤੇ ਜਾਂ ਹੋਰ ਸੰਚਾਰ ਸਾਧਨਾਂ 'ਤੇ ਜੋ ਕਮੈਂਟ ਆ ਰਹੇ ਨੇ, ਜੋ ਟਿੱਪਣੀਆਂ ਆ ਰਹੀਆਂ ਨੇ, ਉਹ ਵਿਚਾਰਨਯੋਗ ਨੇਗੀਆਂ। ਉਹ ਕੁਝ ਮਾਹਿਰਾਂ ਨੇ ਕਿਹਾ ਹੈ ਵੀ ਬਹੁਤ ਵਧੀਆ ਹੁੰਦਾ ਜੇ ਕਿਤੇ ਸੰਵਿਧਾਨਕ ਬੈਂਚ ਦਾ, ਕੌਂਸਟੀਟਿਊਸ਼ਨਲ ਬੈਂਚ ਦਾ ਗਠਨ ਹੋ ਜਾਂਦਾ ਅਤੇ ਇਹਨਾਂ ਕਾਨੂੰਨਾਂ ਬਾਰੇ ਠੋਸ ਤਰਕ ਅਤੇ ਠੋਸ ਦਲੀਲਾਂ ਨਾਲ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਹੈ ਉਹ ਕੋਈ ਨੁਕਸ ਕੱਢ ਕੇ ਠੋਸ ਕਹਿੰਦਾ ਵੀ ਹਾਂ ਇਹਨਾਂ 'ਤੇ ਇਹਨਾਂ ਕਾਰਨਾਂ ਕਰਕੇ ਜਿਹੜੀ ਹੈ ਅਸੀਂ ਰੋਕ ਲਾਈ ਜਾਂਦੀ ਹੈ। ਹਾਲਾਂਕਿ 48 ਦਿਨ ਦੇ ਦਿੱਲੀ ਵਿੱਚ ਚੱਲ ਰਹੇ ਲੰਬੇ ਅੰਦੋਲਨ ਦੀ ਇਹ ਜਿੱਤ ਹੈ ਵੀ ਸੁਪਰੀਮ ਕੋਰਟ ਨੂੰ ਕੁਝ ਨਾ ਕੁਝ ਕਰਨਾ ਪਿਆ। ਪਰ ਜੋ ਕੀਤਾ, ਚਲੋ ਇਹਦਾ ਆਉਣ ਵਾਲੇ ਸਮੇਂ 'ਚ ਰਿਜ਼ਲਟ ਨਿਕਲੂ। ਫਿਰ ਉਸ ਤੋਂ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਸੁਪਰੀਮ ਕੋਰਟ ਵੱਲੋਂ ਜਿਹੜੇ 4 ਮੈਂਬਰ ਕਮੇਟੀ 'ਚ ਨਾਮਜ਼ਦ ਕੀਤੇ ਗਏ ਨੇ, ਉਹਨਾਂ ਮੈਂਬਰਾਂ ਬਾਰੇ ਬਹੁਤ ਵੱਡੇ ਵਾਦ ਵਿਵਾਦ ਸ਼ੁਰੂ ਹੋ ਗਏ ਨੇ। ਪੰਜਾਬ ਨਾਲ ਸੰਬੰਧਿਤ ਜਿਸ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਦਾ ਜ਼ਿਕਰ ਜਿਹੜਾ ਉਹ ਆ ਰਿਹਾ ਹੈ, ਉਹਦੇ ਬਾਰੇ ਮੰਨਿਆ ਜਾ ਰਿਹਾ ਵੀ ਉਹ ਕਿਸੇ ਵੇਲੇ ਕਾਂਗਰਸ, ਖਾਸ ਕਰਕੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਮੈਤੀ ਰਿਹਾ। ਅਸ਼ੋਕ ਗੁਲਾਟੀ ਜਿਹੜੇ ਨੀਤੀ ਆਯੋਗ 'ਚ ਨੇ, ਉਹਨਾਂ ਨੇ 3 ਖੇਤੀ ਕਾਨੂੰਨਾਂ ਦੇ ਪੱਖ 'ਚ ਹੁੱਬ ਕੇ ਆਰਟੀਕਲ ਲਿਖੇ ਨੇ। ਪੰਜਾਬ ਅਤੇ ਹਰਿਆਣਾ ਨੂੰ ਦੇ ਕਿਸਾਨਾਂ ਨੂੰ ਜੋ MSP ਮਿਲਦਾ ਹੈ, ਉਹਦੀ ਡਟ ਕੇ ਵਿਰੋਧਤਾ ਕੀਤੀ ਹੈ। ਜਿਹੜੇ ਦੂਸਰੇ ਮਾਹਰ ਲਏ ਗਏ ਨੇ, ਉਹਨਾਂ ਬਾਰੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀਆਂ ਨੇ। ਪਿਛੋਕੜ ਦੇ ਵਿੱਚ ਵੀ ਕਈ ਤੱਥ ਸਾਹਮਣੇ ਆਏ ਨੇ। ਇਸ ਲਈ ਵਾਦ ਵਿਵਾਦ ਜਿਹੜੇ ਆ ਉਹ ਨਾਲੋਂ ਨਾਲ ਸ਼ੁਰੂ ਹੋ ਗਏ। ਹੁਣ ਅਸੀਂ ਜਿਹੜੀ ਸਭ ਤੋਂ ਵੱਡੀ ਗੱਲ ਕਰੀਏ ਗੌਰਮੈਂਟ ਦੀ ਨੀਅਤ ਦੀ, ਜਿਹੜੀ ਕਿ ਬਹੁਤ ਹੀ ਮੈਂ ਕਹੂੰਗਾ ਅਫਸੋਸਨਾਕ ਪਹਿਲੂ ਹੈ। ਜਿਹੜਾ ਸਰਕਾਰੀ ਵਕੀਲ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਅੰਦਰ ਇਹ ਕਹਿਣਾ ਵੀ ਕਿਸਾਨੀ ਅੰਦੋਲਨ ਦੇ ਅੰਦਰ ਖਾਲਿਸਤਾਨੀਆਂ ਦੀ ਘੁਸਪੈਠ ਹੋ ਗਈ ਹੈ, ਇਹ ਉਸੇ ਤਰ੍ਹਾਂ ਦੀ ਦਲੀਲ ਹੈ ਜਿਸ ਤਰ੍ਹਾਂ ਦੇ ਪ੍ਰੋਪੇਗੰਡੇ ਨੂੰ ਭਾਰਤੀ ਜਨਤਾ ਪਾਰਟੀ ਦਾ IT ਸੈੱਲ ਅਤੇ ਹੋਰ ਹਮੈਤੀ ਜਿਹੜੇ ਨੇ ਹੁਕਮਰਾਨ ਪਾਰਟੀ ਦੇ, ਉਹ ਕਰਦੇ ਆ ਰਹੇ ਨੇ। ਚਾਹੇ ਉਹ ਖਾਲਿਸਤਾਨੀ ਰੰਗਤ ਦੇਣ ਦੀ ਗੱਲ ਕਰਨ, ਚਾਹੇ ਉਹ ਅਰਬਨ ਨਕਸਲ ਦੀ ਗੱਲ ਕਰਨ, ਚਾਹੇ ਮਾਓਵਾਦੀਆਂ ਦੀ ਗੱਲ ਕਰਨ, ਇਹ ਉਸੇ ਦਿਸ਼ਾ ਵੱਲ ਨੂੰ ਜਾਂਦਾ ਹੋਇਆ ਇੱਕ ਕਦਮ ਹੈ। ਜਿਸ ਤਰ੍ਹਾਂ ਦੇ ਵੀ ਉਹਨਾਂ ਨੇ ਕਿਹਾ ਵੀ ਉੱਥੇ ਪ੍ਰੋਪੇਗੰਡਾ ਇੱਦਾਂ ਹੋ ਰਿਹਾ ਹੈ, IB ਦੀਆਂ ਰਿਪੋਰਟਾਂ ਦਾ ਉੱਥੇ ਜ਼ਿਕਰ ਕੀਤਾ ਗਿਆ, ਜਿਸ ਤਰ੍ਹਾਂ ਦਾ ਅਸੀਂ ਸੁਣਿਆ ਮੀਡੀਆ ਦੇ ਵਿੱਚ, ਇਹ ਬਹੁਤ ਮੰਦਭਾਗਾ ਹੈ। ਇੱਥੋਂ ਇੱਕ ਸਰਕਾਰ ਦੀ ਇੱਕ ਖੋਟੀ ਨੀਅਤ
ਜਿਹੜੀਆਂ ਚਾਲਾਂ ਕੁਚਾਲਾਂ ਹੁਣ ਤੱਕ ਇਸ ਕਿਸਾਨ ਅੰਦੋਲਨ ਨੂੰ ਫੇਲ ਕਰਨ, ਐਕਸਪੋਜ਼ ਕਰਨ ਤੇ ਆਪਣੀ ਗੱਲਬਾਤ ਨੂੰ ਤੇ ਕਾਇਮ ਰਹਿਣ ਦਾ ਜੋ ਹੁਣ ਤੱਕ ਹਥਿਆਰ ਵਰਤਿਆ ਜਾ ਰਿਹਾ ਸੀ, ਉਹ ਤੋਂ ਇਹ ਸਿੱਧ ਹੁੰਦਾ ਵੀ ਸਰਕਾਰ ਅਜੇ ਤੱਕ ਵੀ ਆਪਦੇ ਉਸ ਰਵੱਈਏ ਤੇ ਕਾਇਮ ਹੈ। ਜੀ ਉਹਦੀ ਇੱਕ ਐਗਜ਼ਾਮਪਲ ਇਹ ਲੈ ਲਓ, ਕਿਸਾਨ ਜਥੇਬੰਦੀਆਂ ਦੀ ਆਪਾਂ ਜੇ ਗੱਲ ਕਰੀਏ, ਉਹਨਾਂ ਨੂੰ ਹੀ ਇੱਥੇ ਅਸੀਂ ਰਿਪੀਟ ਕਰੀਏ। ਜੀ ਕਿਸਾਨ ਲੀਡਰਾਂ ਨੇ ਕਿਹਾ ਵੀ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਕਮੇਟੀ ਦਾ ਗਠਨ ਕੀਤਾ ਹੈ, ਜੀ ਇਸ ਤਰ੍ਹਾਂ ਦੀ ਕਮੇਟੀ ਤਾਂ ਸਰਕਾਰ ਚਾਹੁੰਦੀ ਸੀ। ਜੀ ਕਿਸਾਨ ਜਥੇਬੰਦੀਆਂ ਨਾਲ ਜਿਹੜੀ 8 ਗੇੜ ਦੀ ਮੀਟਿੰਗ ਹੋਈ ਹੈ, ਉਹ ਕਿੰਨੀਆਂ ਦਲੀਲਾਂ ਦਿੱਤੀਆਂ ਗਈਆਂ ਵੀ ਕਮੇਟੀ 4 ਨੁਮਾਇੰਦੇ ਜਿਹੜੇ ਉਹ ਕਿਸਾਨਾਂ ਦੇ ਲੈ ਲਏ ਜਾਣ, 4 ਐਕਸਪਰਟ ਲੈ ਲਏ ਜਾਣ, ਤਾਂ ਉਹ ਲੈ ਲਏ ਜਾਣਗੇ। ਬਿਲਕੁਲ। ਤੇ ਇਸ ਤਰ੍ਹਾਂ ਦੇ ਜਿਹੜਾ ਵਿਰੋਧਾਭਾਸ ਹੈ, ਜਿਹੜਾ ਕਈ ਤਰ੍ਹਾਂ ਦਾ ਆਇਆ ਹੈ, ਉਹ ਤੋਂ ਲੱਗਦਾ ਹੈ ਵੀ ਜਿਹੜੀ ਕਿਸਾਨੀ ਹੈ ਤੇ ਕਿਸਾਨ ਜਥੇਬੰਦੀਆਂ ਹੈ, ਬਹੁਤੇ ਖੁਸ਼ ਨਹੀਂ ਜਾਪਦੇ। ਤੇ ਜਿਹੜੇ ਸਰਕਾਰ ਦੀ ਨੀਅਤ ਹੈ, ਉਹ ਆਪਾਂ ਜ਼ਿਕਰ ਕੀਤਾ ਹੈ ਵੀ ਜਿਹੜਾ ਕੁੱਲ ਮਿਲਾ ਕੇ ਜਿਹੜਾ ਹੈ ਇਹਦੇ ਤੇ ਵਾਦ ਵਿਵਾਦ ਜਿਹੜਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੇ, ਉਹ ਆਪਾਂ ਦੇਖਣ ਨੂੰ ਮਿਲ ਰਿਹਾ ਹੈਗਾ। ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਫੈਸਲੇ ਦਾ ਸਵਾਗਤ ਤਾਂ ਕਰ ਰਹੇ ਨੇ, ਪਰ ਉਹ ਕਿਤੇ ਖੁਸ਼ ਨਹੀਂ ਦਿਖਾਈ ਦੇ ਰਹੇ। ਤੇ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਜਿਹੜੀ ਟਰੈਕਟਰ ਮਾਰਚ ਪਰੇਡ ਐਲਾਨੀ ਹੋਈ ਹੈ, ਉਹਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ। ਉਸ ਤੋਂ ਪਹਿਲਾਂ 18 ਤਰੀਕ ਦਾ ਪ੍ਰੋਗਰਾਮ ਵੀ ਹੈ, ਲੋਹੜੀ ਦਾ ਪ੍ਰੋਗਰਾਮ ਵੀ ਕਰਨਾ ਹੈ। ਅਸੀਂ ਜਾਣਨਾ ਚਾਹਾਂਗੇ ਕਿਸਾਨ ਜਥੇਬੰਦੀਆਂ ਦੇ ਇਹ ਅਗਲੇ ਪ੍ਰੋਗਰਾਮ ਜਿਹੜੇ ਉਲੀਕੇ ਹੋਏ ਆ, ਇਹਨਾਂ 'ਚ ਕੋਈ ਬਦਲਾਅ ਰਹੇਗਾ ਜਾਂ ਇਹ ਪ੍ਰੋਗਰਾਮ ਉਵੇਂ ਹੀ ਜਾਰੀ ਰੱਖੇ ਜਾਣਗੇ? ਇਹਦੇ ਵਿੱਚ ਆਤਿਸ਼, ਤੁਸੀਂ ਸਭ ਤੋਂ ਵੱਡਾ ਜਿਹੜਾ ਮੈਂ ਉਹੀ ਕਹੂੰਗਾ ਵੀ ਦਿੱਲੀ ਪੁਲਿਸ ਨੇ ਜਿਹੜੀ ਇੱਕ ਦਲੀਲ ਦਿੱਤੀ, ਦਿੱਲੀ ਪੁਲਿਸ ਦੇ ਵਕੀਲ ਨੇ ਸੁਪਰੀਮ ਕੋਰਟ 'ਚ, ਜਿਹੜਾ ਮੈਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਹੋਰ ਚੈਨਲ ਤੇ ਅਸੀਂ ਜੀ ਕਹਿ ਲਈਏ ਉਹ ਦੇਖਿਆ ਵੀ ਜੀ 26 ਜਨਵਰੀ ਨੂੰ ਜੇ ਕਿਸਾਨ ਟਰੈਕਟਰਾਂ ਸਮੇਤ ਦਿੱਲੀ 'ਚ ਆਉਂਦੇ ਨੇ ਤਾਂ ਉਹ ਮੁਲਕ ਲਈ ਅੰਬੈਰਸਮੈਂਟ ਦੀ ਸਿਚੁਏਸ਼ਨ ਹੋਊਗੀ। ਕਿ ਜਦੋਂ 70 ਕਿਸਾਨ ਅੰਦੋਲਨ ਦੌਰਾਨ ਮਰਦੇ ਨੇ, ਇਸ ਮੁਲਕ ਦੀ ਆਤਮਾ ਨੂੰ ਸੱਟ ਨਹੀਂ ਵੱਜੀ? ਸਾਡੇ ਹੁਕਮਰਾਨਾਂ ਨੂੰ ਕਿਵੇਂ ਸੁੱਖ ਦੀ ਨੀਂਦ ਆ ਜਾਂਦੀ ਹੈ ਜਦੋਂ ਸੜਕਾਂ ਤੇ ਬੈਠੇ ਕਿਸਾਨ ਬੱਚਿਆਂ ਸਮੇਤ, ਔਰਤਾਂ ਸਮੇਤ ਅੰਦੋਲਨ ਕਰ ਰਹੇ ਨੇ? ਉਦੋਂ 70 ਦੇ ਕਰੀਬ ਕਿਸਾਨ ਮੌਤ ਦੇ ਮੂੰਹ ਜਾ ਪੈਣ, ਉਦੋਂ ਮੁਲਕ ਨੂੰ ਨਮੋਸ਼ੀ ਨਹੀਂ ਹੁੰਦੀ। ਜਦੋਂ ਇੰਡੋਨੇਸ਼ੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੁੰਦਾ ਹੈ ਤਾਂ ਸਾਡੇ ਸਾਰੇ ਹੁਕਮਰਾਨ ਉਹ 'ਤੇ ਅਫਸੋਸ ਪ੍ਰਗਟ ਕਰਦੇ ਨੇ। ਤੇ ਕਿਸਾਨਾਂ ਦੇ ਹੱਕ 'ਚ ਕੌਮੀ ਪੱਧਰ ਦੇ ਕਿਸੇ ਇੱਕ ਵੀ ਲੀਡਰ ਨੇ ਅੱਜ ਤੱਕ 2 ਲਾਈਨਾਂ ਦਾ ਕੋਈ ਪ੍ਰੈਸ ਨੋਟ ਵੀ ਜਾਰੀ ਨਹੀਂ ਕੀਤਾ ਵੀ ਫਲਾਂ ਕਿਸਾਨ ਦੀ ਮੌਤ 'ਤੇ ਸਾਨੂੰ ਦੁੱਖ ਹੋਇਆ। ਇਹ ਇੱਕ ਦੁੱਖ ਦਾ ਹੀ ਪਹਿਲੂ ਹੈਗਾ। ਹੁਣ ਜਿਹੜੀ ਗੱਲ ਇਹਦੇ ਨਾਲ ਜੁੜੀ ਹੋਈ ਤੁਸੀਂ ਕਹੀ ਹੈ, ਕਿਸਾਨ 13 ਜਨਵਰੀ, 18 ਜਨਵਰੀ, 23 ਜਨਵਰੀ ਤੇ 26 ਜਨਵਰੀ ਦੇ ਆਪਣੇ ਅੰਦੋਲਨ ਤੇ ਅਜੇ ਤੱਕ ਬਜਿੱਦ ਨੇ, ਕਾਇਮ ਨੇ। ਗੌਰਮੈਂਟ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਵੀ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ। ਕਿਉਂਕਿ ਗੌਰਮੈਂਟ ਨੂੰ 8 ਜਨਵਰੀ ਨੂੰ ਜਿਹੜੀ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ ਗਈ, ਉਹਦੇ ਨਾਲ ਕੰਧ ਤੇ ਲਿਖਿਆ, ਉਹਨਾਂ ਨੇ ਪੜ੍ਹ ਲਿਆ ਵੀ ਜੇ 26 ਜਨਵਰੀ ਨੂੰ ਕਿਸਾਨ ਦਿੱਲੀ ਦੇ ਵਿੱਚ ਟਰੈਕਟਰਾਂ ਸਮੇਤ ਦਾਖਲ ਹੋ ਕੇ ਪਰੇਡ ਕਰਦੇ ਨੇ ਤਾਂ ਉਹ ਵਾਕਿਆ ਹੀ ਬਹੁਤ ਵੱਡਾ ਇੱਕ ਜਿਹੜਾ ਹੈ ਸੰਘਰਸ਼ ਦਾ ਰੂਪ ਹੋਊਗਾ। ਤੇ ਇਹ ਵੀ ਹੋ ਸਕਦਾ ਹੈ, ਜਿਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਨੇ, ਵੀ ਕਿਸਾਨ ਦਿੱਲੀ 'ਚ ਨਾ ਜਾ ਕੇ ਬੈਠ ਜਾਣ। ਅੰਦਰੂਨੀ ਸੂਤਰ ਇਹ ਵੀ ਦੱਸਦੇ ਨੇ ਵੀ ਉਹਨਾਂ ਦਾ, ਗੌਰਮੈਂਟ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਵੀ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਇਸ ਗੱਲ ਤੇ ਮਨਾ ਲਿਆ ਜਾਵੇ ਵੀ ਤੁਸੀਂ ਪਰੇਡ ਕਰ ਲਓ ਪਰ ਵਾਪਸ ਜਾ ਕੇ ਧਰਨਿਆਂ ਤੇ ਬੈਠ ਜਾਇਓ। ਹੁਣ ਇਸ ਸਾਰੇ ਦੇ ਵਿੱਚੋਂ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਹੈ ਵੀ ਸੁਪਰੀਮ ਕੋਰਟ ਚਾਹੁੰਦੀ ਹੈ ਵੀ ਉੱਥੋਂ ਸੜਕ ਤੋਂ ਉੱਠ ਕੇ ਕਿਸਾਨ ਦਿੱਲੀ ਦੇ ਵਿੱਚ ਇੱਕ ਥਾਂ ਤੇ ਆ ਕੇ ਧਰਨਾ ਮੁਜ਼ਾਹਰਾ ਦੇਣ। ਜਦੋਂ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਕੂਚ ਕਰਨਾ ਸੀ, ਉਸ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ 3 ਚਿੱਠੀਆਂ ਲਿਖੀਆਂ ਗਈਆਂ ਤੇ 3 ਚਿੱਠੀਆਂ ਦੇ ਵਿੱਚ ਕੋਵਿਡ ਦੇ ਬਹਾਨੇ ਦਿੱਲੀ ਪ੍ਰਸ਼ਾਸਨ ਨੇ, ਖਾਸ ਕਰਕੇ ਦਿੱਲੀ ਪੁਲਿਸ ਨੇ, ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕੀ ਹੁਣ ਕੋਵਿਡ ਦੇ ਪ੍ਰੋਟੋਕਾਲ ਸਾਰੇ ਖਤਮ ਹੋ ਗਏ? ਹੁਣ ਕਿਹੜੇ ਮੂੰਹ ਨਾਲ ਕਹਿਣਗੇ ਉਹ? ਇਸ ਲਈ ਜਦੋਂ ਤੁਸੀਂ ਖੁਦ ਜਿਹੜੀਆਂ ਕਹਿੰਦੇ ਨਾ ਵੀ ਹੱਥ ਨਾਲ ਦਿੱਤੀਆਂ ਗੰਢਾਂ ਫਿਰ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇਗੀਆਂ, ਇਹ ਉਹ ਨੌਬਤ ਆ ਗਈ। ਹੁਣ ਕਹਿੰਦੇ ਵੀ ਰਾਮਲੀਲਾ ਗਰਾਊਂਡ ਮੈਦਾਨ 'ਚ ਵੀ ਧਰਨਾ ਪ੍ਰਦਰਸ਼ਨ ਕਰਨ ਦੇ ਦਾਂਗੇ, ਜਾਂ ਜਿਹੜਾ ਚੌਕ ਪਾਰਲੀਮੈਂਟ ਦੇ ਨੇੜੇ ਹੈ ਤੇ ਉੱਥੇ ਵੀ ਕਰਨ, ਜੰਤਰ ਮੰਤਰ ਤੇ ਕਰਨ ਦੇ ਦਾਂਗੇ।
ਹੁਣ ਉੱਥੇ ਧਰਨਾ ਪ੍ਰਦਰਸ਼ਨ ਨੂੰ ਵੀ ਮੰਨਦੇ ਆ ਤੇ ਵੀ ਐਪਲੀਕੇਸ਼ਨ ਦਿਓ। ਜੀ ਕਿਉਂਕਿ ਹੁਣ ਕਿਸਾਨਾਂ ਨੇ ਉੱਥੇ ਪੱਕੇ ਟੈਂਟ ਬਣਾ ਲਏ, ਜੀ ਪੱਕੇ ਘਰ ਬਣਾ ਲਏ। ਹੁਣ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੌਮੀ ਨਹੀਂ ਕੌਮਾਂਤਰੀ ਪੱਧਰ ਤੇ ਖਿੱਚ ਦਾ ਕੇਂਦਰ ਬਣ ਗਿਆ ਹੈ। ਜੀ ਤੇ ਜਿਹੋ ਜਿਹੇ ਕਿਸਾਨ ਜਥੇਬੰਦੀਆਂ ਨੇ ਅੱਜ ਫੈਸਲੇ ਲਏ ਨੇ, 5:30 ਵਜੇ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਅੱਜ, ਤੇ ਲੱਗਦਾ ਹੈ ਸੰਘਰਸ਼ ਅਜੇ ਖਤਮ ਹੋਣ ਵਾਲਾ ਨਹੀਂ ਹੈ। ਜੀ ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਕੇਂਦਰ ਸਰਕਾਰ ਹੁਣ ਮੰਨ ਗਈ ਹੈ ਵੀ ਕਿ ਕਿਸਾਨ ਚਾਹੇ ਜੰਤਰ ਮੰਤਰ ਤੇ ਕਰ ਲੈਣ, ਚਾਹੇ ਰਾਮਲੀਲਾ ਗਰਾਊਂਡ 'ਚ ਪ੍ਰਦਰਸ਼ਨ ਕਰ ਲੈਣ, ਵੀ ਕਿ ਸਾਨੂੰ ਐਪਲੀਕੇਸ਼ਨ ਦਿਓ, ਅਸੀਂ ਤੁਹਾਨੂੰ ਮਨਜ਼ੂਰੀ ਦੇਣ ਲਈ ਤਿਆਰ ਹਾਂ। ਜਦ ਕਿ ਪਹਿਲਾਂ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਕਈ ਵਾਰ ਅਰਜ਼ੀਆਂ ਦਿੱਤੀਆਂ ਵੀ ਗਈਆਂ ਪਰ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਪਰ ਹੁਣ ਅਸੀਂ ਇਹ ਜਾਣਨਾ ਚਾਹਾਂਗੇ ਵੀ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ। ਇਹ ਤਾਂ ਠੀਕ ਹੈ ਵੀ ਕਿ ਉਹ 26 ਤਰੀਕ ਦੀ ਟਰੈਕਟਰ ਪਰੇਡ ਦੀ ਤਿਆਰੀਆਂ ਕਰ ਰਹੇ ਨੇ, ਜਿਸ 'ਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ, ਵੀ ਕਿ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਰਹੇਗੀ। ਇਹ 26 ਤਰੀਕ ਤਾਂ ਹੈ ਹੀ ਹੈ, ਇਸ ਦੇ ਨਾਲ ਨਾਲ ਹੋਰ ਕੀ ਰਹੇਗਾ। ਦੇਖੋ, ਜਿਹੜੀ ਜ਼ਿਆਦਾ ਉਹਨਾਂ ਨੇ ਖੁੱਲ੍ਹ ਕੇ ਅਨਾਉਂਸ ਕਰਨੀ ਹੈ ਉਹ ਤਾਂ ਸ਼ਾਮ ਤੱਕ ਸਾਹਮਣੇ ਆ ਜਾਊਗੀ। ਜੀ ਪਰ ਜੋ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਹੁਣ ਤੱਕ ਗੱਲ ਹੋਈ ਹੈ ਜਾਂ ਉਹਨਾਂ ਤੋਂ ਗੱਲਬਾਤ ਨਿੱਤਰ ਕੇ ਸਾਹਮਣੇ ਆਈ ਹੈ, ਕਿਸਾਨ ਜਥੇਬੰਦੀਆਂ ਅੱਜ ਦੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਅੰਦੋਲਨ ਨੂੰ ਖਤਮ ਕਰਨ ਦੇ ਰੌਂ ਵਿੱਚ ਦਿਖਾਈ ਨਹੀਂ ਦੇ ਰਹੀਆਂ। ਤੇ ਲੱਗਦਾ ਹੈ ਅਜੇ ਜਿਹੜਾ ਸੰਘਰਸ਼ ਹੈ ਉਹ ਖਤਮ ਨਹੀਂ ਹੋਊਗਾ, ਕਿਉਂਕਿ ਕਿਸਾਨਾਂ ਨੂੰ ਇਹ ਪਤਾ ਹੈ ਵੀ ਸਰਕਾਰ ਸੁਪਰੀਮ ਕੋਰਟ ਨੂੰ ਜਾਣਬੁੱਝ ਕੇ ਵਿੱਚ ਲਿਆ ਰਹੀ ਹੈ ਤਾਂ ਜੋ ਕਿਸਾਨਾਂ ਤੇ ਇਸ ਗੱਲ ਦੇ ਦੋਸ਼ ਲਾ ਦਿੱਤੇ ਜਾਣ ਵੀ ਇਹ ਅਦਾਲਤ ਦੀ ਵੀ ਨਹੀਂ ਮੰਨ ਰਹੇ, ਸਰਵਉੱਚ ਅਦਾਲਤ ਦੀ ਨਹੀਂ ਮੰਨਦੇ। ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਮੀਡੀਆ ਦਾ ਇੱਕ ਹਿੱਸਾ ਤੇ ਹੁਕਮਰਾਨ ਪਾਰਟੀ ਅਕਸਰ ਸੰਘਰਸ਼ਸ਼ੀਲ ਲੋਕਾਂ ਨੂੰ ਅੱਤਵਾਦੀ, ਪਾਕਿਸਤਾਨ ਪੱਖੀ, ਕੋਈ ਖਾਲਿਸਤਾਨ ਪੱਖੀ, ਕੋਈ ਮਾਓਵਾਦੀ ਤੇ ਐਂਟੀ ਨੇਸ਼ਨ, ਜਿਹੜਾ ਹੈ ਐਂਟੀ ਨੈਸ਼ਨਲ ਗਰਦਾਨ ਕੇ ਰਾਸ਼ਟਰ ਵਿਰੋਧੀ ਗਰਦਾਨ ਨਾਲ ਇਹਨਾਂ ਨੂੰ ਸੌਖਾ ਹੋ ਜਾਏ ਵੀ ਇਹ ਤਾਂ ਸੁਪਰੀਮ ਕੋਰਟ ਦਾ ਵੀ ਹੁਕਮ ਮੰਨਣ ਨੂੰ ਤਿਆਰ ਨਹੀਂ। ਲੱਗਦਾ ਹੈ ਵੀ ਸਰਕਾਰੀ ਤੰਤਰ ਤੇ ਸਰਕਾਰ ਦੇ ਹਮੈਤੀ ਉਧਰ ਨੂੰ ਵਧਣਗੇ, ਪਰ ਕਿਸਾਨਾਂ ਦਾ ਜੋ ਹੁਣ ਤੱਕ ਦਾ ਐਟੀਟਿਊਡ, ਜੋ ਰੁਖ ਲੱਗਦਾ ਹੈ, ਉਹ ਇਸ ਸੰਘਰਸ਼ ਤੋਂ ਪਿੱਛੇ ਹਟਦੇ ਨਹੀਂ ਲੱਗ ਰਹੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕੇਂਦਰ ਸਰਕਾਰ ਸੁਪਰੀਮ ਕੋਰਟ ਵੱਲੋਂ ਭਾਵੇਂ ਇਹਨਾਂ ਤਿੰਨੋਂ ਖੇਤੀ ਕਾਨੂੰਨਾਂ ਤੇ ਕੁਝ ਸਮੇਂ ਲਈ ਰੋਕ ਲਾ ਦਿੱਤੀ ਹੈ, ਪਰ ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਵੀ ਕਿ ਸਾਡੀ ਮੰਗ ਸੀ ਤਿੰਨੋਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਨ ਤੱਕ ਇਹ ਜਿਹੜਾ ਸੰਘਰਸ਼ ਜਾਰੀ ਰਹੇਗਾ। ਉਹਨਾਂ ਨੇ ਬੇਸ਼ੱਕ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਉਹਨਾਂ ਦੀ ਮੰਗ ਇਹੀ ਹੈ ਵੀ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਸੀ ਤੇ ਇਹ ਕਾਨੂੰਨ ਰੱਦ ਹੋਣ ਤੱਕ ਸਾਡਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ। ਬਾਕੀ ਕਿਸਾਨ ਜਥੇਬੰਦੀਆਂ ਦਾ ਕੀ ਫੈਸਲਾ ਹੈ ਉਹ ਸ਼ਾਮ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਭ ਦੇ ਸਾਹਮਣੇ ਆ ਜਾਵੇਗਾ ਤੇ ਕੱਲ੍ਹ ਨੂੰ ਅਸੀਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।